मैं अपनी ज़िंदगी 'ਚ जिथे मैं प्यार कवितावां लिखियां ने या मैं औरत दे अंतःकरण ਵਿੱਚ ਬੈਠ ਕੇ ਗੱਲ ਕੀਤੀ ਹੈ ਉਹਦੇ ਔਰਤ ਦੇ ਪਰਤ ਦਰ ਪਰਤ ਪਈ ਔਰਤ ਦੀ ਗੱਲ ਕੀਤੀ ਹੈ ਕਾਲੇ ਬਾਗ ਵਿੱਚ ਪੂਰਤੀ ਅਪੂਰਤੀ ਵਿੱਚ ਜਾਂ ਜਿੰਨੀਆਂ ਵੀ ਮੈਂ ਰਚਨਾਵਾਂ ਕੀਤੀਆਂ ਕਈ ਰਚਨਾਵਾਂ ਮੇਰੀਆਂ ਔਰਤ ਦੇ ਨਜ਼ਰੀਏ ਤੋਂ ਨੇ। ਇੱਕ ਗੱਲ ਜਿਹੜੀ ਮੈਨੂੰ ਥੋੜੀ ਜਿਹੀ ਤਕਲੀਫ ਦਿੰਦੀ ਹੈ ਕਿ ਨਾਰੀਵਾਦ ਨਾਰੀ ਕਵਿਤਾ ਜਿਹੜੀ ਔਰਤ ਕਵਿਤਾ ਲਿਖਦੀ ਹੈ ਜਿਹਤੇ ਨਾਰੀ ਦਾ ਨਾਰੇ ਵਾਲੀ ਕਵਿਤਾ ਆ ਉਹ ਤੁਸੀਂ ਨਾਰੀਵਾਦ 'ਚ ਰੱਖ ਸਕਦੇ ਹੋ ਕਿ ਨਾਰਾ ਕਵਿਤਾ ਹੈਗੀ ਹੈ ਨਾਰੀ ਨੇ ਲਿਖੀ ਹੈ ਨਾਰੀਵਾਦ ਚਲੀ ਗਈ। ਪਰ ਹੁਣ ਪਿਛਲੇ 2 ਦਹਾਕਿਆਂ ਤੋਂ ਜਿਹੜਾ ਰਿਵਾਜ ਪਿਆ ਉਹ ਇਹ ਪਿਆ ਕਿ ਜਿਹੜੀ ਵੀ ਔਰਤ ਲਿਖਦੀ ਹੈ ਉਸ ਨੂੰ ਨਾਰੀਵਾਦ ਵੱਲ ਕਹਿ ਕੇ ਧਕੇਲਤਾ ਜਾਂਦਾ ਹੈ। ਮੈਂ ਅਜਿਹੀ ਰਚਨਾ ਨਹੀਂ ਕਰਦੀ ਜਿਹੜੀ ਸਿਰਫ ਤੇ ਸਿਰਫ ਨਾਰੀ ਕੇਂਦਰਿਤ ਹੋਵੇ। ਜੇ ਨਾਰੀ ਕੇਂਦਰਿਤ ਕਵਿਤਾ ਹੈਗੀ ਹੈ ਤਾਂ ਉਹਦੇ ਵਿੱਚੋਂ ਮਰਦ ਨੂੰ ਮੈਂ ਕੋਈ ਇੱਕ ਸੈਕਿੰਡ ਵਿਰੋਧੀ ਧਿਰ ਨਹੀਂ ਸਮਝਦੀ। ਮੇਰੇ ਲਈ ਮਰਦ ਜਿਹੜਾ ਆ ਉਹ ਸਾਵੀਂ ਉਸੇ ਤਰ੍ਹਾਂ ਦੀ ਧਿਰ ਹੈ ਜਿਸ ਤਰ੍ਹਾਂ ਦੀ ਮੈਂ ਔਰਤ ਨੂੰ ਸਮਝਦੀ ਹਾਂ। ਇਸ ਲਈ ਮੈਂ ਇਸ ਔਰਤਵਾਦ ਤੋਂ ਨਾਰੀਵਾਦ ਦੇ ਹੱਕ 'ਚ ਨਹੀਂ ਆ। ਇੱਕ ਮੈਨੂੰ ਗੱਲ ਆਉਂਦੀ ਹੈ ਕਿ ਵੀ ਜੇ ਨਾਰੀਵਾਦ ਹੈਗੀ ਮਰਦ ਕਵਿਤਾ ਕਿਉਂ ਨਹੀਂ ਹੁੰਦੀ ਕਿ ਨਾਰੀਵਾਦ ਹੈ ਮਰਦਵਾਦ ਵੀ ਹੋਣਾ ਚਾਹੀਦਾ। ਫਿਰ ਮੈਨੂੰ ਇਹ ਲੱਗਦਾ ਵੀ ਇਹ ਉਹਨਾਂ ਨੂੰ ਕਿੱਥੇ ਧਕੇਲਦੇ ਹੋ ਕਿ ਤੁਸੀਂ ਸਰੋਜਨੀ ਨਾਇਡੂ ਦੀ ਕਵਿਤਾ ਨੂੰ ਕਿੱਥੇ ਰੱਖੋਗੇ, ਮੀਰਾਬਾਈ ਨੂੰ ਕਿੱਥੇ ਰੱਖੋਗੇ, ਅਮਰਤਾ ਪ੍ਰੀਤਮ ਨੂੰ ਕਿੱਥੇ ਰੱਖੋਗੇ, ਮਹਾਸ਼ਵੇਤਾ ਦੇਵੀ ਨੂੰ ਕਿੱਥੇ ਰੱਖੋਗੇ, ਮਹਾਦੇਵੀ ਵਰਮਾ ਨੂੰ ਕਿੱਥੇ ਰੱਖੋਗੇ। ਇਹ ਕੀ ਤੁਸੀਂ ਇੱਕ ਚੌਕਟੇ 'ਚ ਬੰਦ ਕਰ ਦਿਓਗੇ ਕਿ ਨਾਰੀ ਸਾਹਿਤ ਹੈ ਪਾਸੇ ਕਰੋ। ਜੇ ਉੱਥੇ ਨਹੀਂ ਹੁੰਦਾ ਤਾਂ ਉਹ ਕਵਿਤਾ ਹੀ ਨਾਰੀ ਕਵਿਤਾ ਵਿੱਚ ਸ਼ਾਮਲ ਕੀਤੀ ਜਾਵੇ ਜਿਹੜੀ ਕਵਿਤਾ ਜਿਹੜੀ ਹੈ ਉਹ ਨਾਰੀ ਲਈ ਨਾਅਰੇਬਾਜ਼ੀ ਵਾਲੀ ਕਵਿਤਾ ਹੈਗੀ ਹੈ, ਸਿਰਫ ਨਾਰੀ ਦੇ ਹੱਕ 'ਚ ਕਿ ਨਾਰੀ ਆ ਉੱਥੇ ਤੱਕ। ਅਗਲੀ ਗੱਲ ਮੈਂ ਕਰਦੀ ਹਾਂ ਕਿ ਵੀ ਮੈਂ ਜਿੱਥੇ ਇਸ ਤਰ੍ਹਾਂ ਦੀ ਕਵਿਤਾ ਲਿਖੀ ਹੈ ਵਫਾ ਕੋਈ ਜ਼ਰੂਰੀ ਹਰ ਇੱਕ ਦੇ ਕਿ ਔਰਤ ਦੇ ਹਿੱਸੇ ਹੀ ਵਫਾ ਆਈ ਹੈ ਅਤੇ ਮਰਦ ਬੇਵਫਾ ਹੈ, ਮੈਨੂੰ ਇਹੋ ਜਿਹੀ ਕੋਈ ਗੱਲ ਨਹੀਂ ਲੱਗਦੀ। ਨਾ ਤਾਂ ਸਾਰੀ ਦੀ ਸਾਰੀ ਵਫਾ ਔਰਤ ਦੀ ਹੈ ਅਤੇ ਨਾ ਹੀ ਸਾਰੀ ਦੀ ਸਾਰੀ ਬੇਵਫਾਈ ਮਰਦ ਦੇ ਹਿੱਸੇ ਆਈ ਹੈ। ਕਿਤੇ ਔਰਤ ਮਰ ਰਹੀ ਹੈ, ਕਿਤੇ ਮਰਦ ਮਰ ਰਿਹਾ ਹੈ। ਮੇਰੇ ਨਾਂ ਨਾਲ ਇੱਕ ਸ਼ਬਦ ਬੇਬਾਕੀ ਜੁੜਦਾ ਹੈ, ਠੀਕ ਹੈ, ਮੈਂ ਐਕਸੈਪਟ ਕਰਦੀ ਹਾਂ ਇਸ ਸ਼ਬਦ ਨੂੰ। ਲੇਕਿਨ ਜਿਹੜਾ ਬੇਬਾਕ ਹੋਣਾ, ਮੈਂ ਕੋਈ ਬੇਬਾਕੀ ਨੂੰ ਇਸ ਤਰ੍ਹਾਂ ਨਹੀਂ ਲੈਂਦੀ ਕਿ ਇਹ ਨੈਗੇਟਿਵ ਹੈ। ਮੈਂ ਆਪਣੀ ਕਵਿਤਾ ਵਿੱਚ ਇਸ ਨੂੰ ਆਪਣੀ ਜ਼ਿੰਦਗੀ 'ਚ ਤਾਂ ਵਰਤਿਆ ਹੀ ਹੈ। ਮੈਂ ਬੜੀ ਬੇਬਾਕ ਹਾਂ, ਮੂੰਹ ਦੇ ਉੱਤੇ ਗੱਲ ਕਹਿਣ ਵਾਲੀ ਹਾਂ, ਨਹੀਂ ਚੰਗੀ ਲੱਗਦੀ ਜਾਂ ਮੈਂ ਨਹੀਂ ਬਰਦਾਸ਼ਤ ਕਰਦੀ ਜਾਂ ਮੈਂ ਕਵਿਤਾ ਲਿਖੀ ਹੈ ਸੀ। ਮੇਰੀ ਇੱਕ ਕਿਤਾਬ ਹੈਗੀ ਹੈ, ਮੈਂ ਕਿਤਾਬ ਲਿਖੀ ਤੂੰ ਆਵਾਜ਼ ਮਾਰੀ ਹੈ। ਤੂੰ ਆਵਾਜ਼ ਮਾਰੀ ਹੈ ਵਿੱਚ ਮੈਂ ਇੱਕ ਔਰਤ ਨੂੰ ਪਿੱਛੇ ਐਕਸਟਰਾ ਮੈਰਿਟਲ ਰਿਲੇਸ਼ਨ ਵਿਆਹ ਬਾਰੇ ਸੰਬੰਧਾਂ ਦੀ ਗੱਲ ਹੈ। ਬੜਾ ਰੌਲਾ ਆ, ਬੜਾ, ਇਹ ਅੱਜ ਦਾ ਨਹੀਂ ਹੈ, ਬੜਾ ਪੁਰਾਣਾ ਆ। ਅਤੇ ਜੇ ਸਾਡੇ ਸਾਹਿਤ ਵਿੱਚ ਵੀ ਹੈ, ਸਾਡੇ ਆਰਟ ਵਿੱਚ ਵੀ ਹੈ, ਸਾਡੀ ਬਾਹਰਲੀ ਜ਼ਿੰਦਗੀ ਵਿੱਚ ਵੀ ਹੈ। ਵਿਆਹੀਆਂ ਵਰੀਆਂ ਔਰਤਾਂ ਵਿਆਹੀਆਂ ਵਰਿਆਂ ਬੰਦਿਆਂ ਦੇ ਮੋਢਿਆਂ ਦੇ ਉੱਤੇ ਸਵਾਰ ਕੁਛ ਹਾਸਲ ਕਰਨ ਲਈ ਸ਼ਾਇਦ, ਪਰ ਕੀ ਹਾਸਲ ਕਰਨਾ ਹੈ? ਆਪਣਾ ਨਾਂ ਵਧਾਉਣ ਲਈ ਇਹ ਮੁਆਫ ਕਰਨਾ। ਸਾਡੇ ਸਾਹਿਤ ਵਿੱਚ ਇਹ ਰੁਝਾਨ ਪਿਛਲੇ ਸਮਿਆਂ ਤੋਂ ਕੋਈ ਮੇਰਾ ਖਿਆਲ ਹੈ ਦਹਾਕੇ ਕੁ ਤੋਂ ਜ਼ਿਆਦਾ ਵੱਧ ਗਿਆ ਆ। ਹੈ ਤਾਂ ਉਹ ਪਹਿਲਾਂ ਵੀ ਸੀਗਾ ਇਸ ਤਰ੍ਹਾਂ ਦਾ ਚਲਨ, ਪਰ ਹੁਣ ਇਹ ਕੁਛ ਜ਼ਿਆਦਾ ਹੀ ਹੋਇਆ ਆ। ਪ੍ਰਗਤੀਵਾਦ ਇਹਨੂੰ ਕਹਿੰਦੇ ਹੋਣਗੇ, ਨਹੀਂ। ਖੈਰ, ਮੈਂ ਇਸ ਗੱਲ ਨੂੰ ਵੀ ਇੱਥੇ ਛੱਡਦੀ ਹਾਂ, ਉਹਨਾਂ ਦੀ ਮਰਜ਼ੀ, ਜੋ ਕਰਨਾ ਚਾਹੁੰਦੀਆਂ ਨੇ ਜਾਂ ਕਰਨਾ ਚਾਹੁੰਦੇ ਨੇ ਕਰਨੇ। ਮੈਂ ਆਪਣੀ ਕਿਤਾਬ ਲਿਖੀ ਸੀ ਤੂੰ ਆਵਾਜ਼ ਮਾਰੀ ਹੈ ਐਕਸਟਰਾ ਮੈਰਿਟਲ ਰਿਲੇਸ਼ਨ 'ਤੇ। ਉਹਦੇ 'ਤੇ ਮੈਂ ਔਰਤ ਨੂੰ ਪਿੱਛੇ ਹਟਾਇਆ ਸੀ ਅਤੇ ਮੈਨੂੰ ਬੜੀ ਤਕਲੀਫ ਹੋਈ ਸੀ ਕਿ ਮੈਂ ਔਰਤ ਨੂੰ ਇੱਕ ਨੂੰ ਪਿੱਛੇ ਹਟਾ ਕੇ ਕੀ ਕਰਾਂਗੀ।
ਉਹ ਕਿਤਾਬ ਦਾ ਨਾਂ ਸੀ ਤੂੰ ਆਵਾਜ਼ ਮਾਰੀ ਹੈ। ਮੈਂ ਕਵਿਤਾ ਦੇ ਵਿੱਚ ਨਾਵਲ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਕਿੰਨੀ ਕੁ ਸਫਲ ਹੋਈ ਹਾਂ ਇਹਦੇ ਵੱਲ ਕਿਸੇ ਆਲੋਚਕ ਦਾ ਅਜੇ ਤੱਕ ਧਿਆਨ ਨਹੀਂ ਗਿਆ। ਅਤੇ ਮੈਂ ਫਿਰ ਇੱਕ ਕਿਤਾਬ ਲਿਖੀ ਅਲਖ। ਆਪਣੇ ਬੇਬਾਕੀ ਦਾ ਫ਼ਾਇਦਾ ਉਠਾਇਆ, ਸਮਝ ਲਓ ਤੁਸੀਂ, ਫ਼ਾਇਦਾ ਉਠਾਇਆ ਮੈਂ, ਜਾਂ ਮੈਂ ਆਪਣੇ ਬਿਊਰੋਕਰੇਟਸ ਦੋਸਤਾਂ ਨਾਲ, ਬਿਊਰੋਕਰੇਟਸ ਨਾਲ, ਪੋਲੀਟੀਕਲ ਬੰਦਿਆਂ ਨਾਲ, ਆਪਣੇ ਸਾਹਿਤਕ ਬੰਦਿਆਂ ਨਾਲ, ਮਰਦਾਂ ਨਾਲ, ਔਰਤਾਂ ਨਾਲ ਵੀ ਮੈਂ ਇਹ ਵਿਸ਼ਾ ਛੇੜਿਆ ਕਿ ਇਹ ਜਿਹੜਾ ਵਿਆਹ ਬਾਰੇ ਸੰਬੰਧ ਨੇ ਉਹਨਾਂ ਬਾਰੇ ਬੜੀ ਖੁੱਲ੍ਹ ਕੇ ਚਰਚਾ ਉਹਨਾਂ ਨੇ ਵੀ ਕੀਤੀ ਅਤੇ ਮੈਂ ਵੀ ਕੀਤੀ। ਅਤੇ ਮੈਂ ਉਹਨਾਂ ਨੂੰ ਬਿਲਕੁਲ ਇਹ ਪਤਾ ਨਹੀਂ ਲੱਗਣ ਦਿੱਤਾ ਵੀ ਮੈਂ ਇਹ ਚਰਚਾ ਕਿਉਂ ਕਰ ਰਹੀ ਹਾਂ। ਮੈਂ ਇਹਦੇ ਬਾਰੇ ਕੁਝ ਲਿਖਣਾ ਆ ਕਿ ਕਿਵੇਂ ਕਰਨਾ ਹੈ। ਸੋ ਮੈਂ ਉਸ 'ਤੇ ਚਰਚਾ ਕੀਤੀ ਅਤੇ ਉਹਦੇ ਉੱਤੇ ਮੈਂ ਲਿਖਿਆ। ਪਰ ਮੈਂ ਜਦੋਂ ਲਿਖਣ ਬੈਠੀ ਤਾਂ ਮੈਨੂੰ ਲੱਗਿਆ ਵੀ ਜੇ ਮੈਂ ਮਰਦ ਨੂੰ ਕਹਾਂਗੀ ਤੂੰ ਆਹ ਕਰਦਾ, ਤੂੰ ਉਹ ਕਰਦਾ, ਤੂੰ ਉਹ ਕਰਦਾ, ਤਾਂ ਮੇਰੇ 'ਤੇ ਇੱਕ ਇਲਜ਼ਾਮ ਜਾਏਗਾ ਕਿ ਮੈਂ ਮਰਦ ਨੂੰ ਗਾਲਾਂ ਕੱਢਦੀ ਹਾਂ। ਮੈਂ ਇੱਥੇ ਇਹ ਵੀ ਦੱਸਦੇ ਹਾਂ ਕਿ ਉੱਥੇ ਕਈ ਐਸੇ ਸੀ, ਮੈਂ ਵਿਚਾਰੇ ਗਰੀਬੜੇ ਮਰਦਾਂ ਨੂੰ ਵੀ ਮਿਲੀ ਹਾਂ ਜਿਹੜੀ ਔਰਤ ਦੇ ਜ਼ੁਲਮ ਤੋਂ ਸਤਾਏ ਹੋਏ ਬੰਦੇ ਸੀ। ਠੀਕ ਹੈ, ਔਰਤਾਂ ਵੱਧ ਨੇ, ਬੰਦੇ ਘੱਟ ਨੇ, ਪਰ ਇਹ ਨਹੀਂ ਹੈਗੇ ਨੇ। ਤਾਂ ਮੈਂ ਉਹ ਕਵਿਤਾਵਾਂ ਉਹਦੇ ਵਿੱਚ ਵੀ ਸ਼ਾਮਲ ਕੀਤੀਆਂ। ਸੋ ਮੈਂ ਇੱਕ ਸੋਚੀ ਪੈ ਗਈ ਵੀ ਕੀ ਕਰਾਂ। ਫਿਰ ਮੇਰੀ ਖਿਆਲ ਗਿਆ ਕਿ ਗੁਰੂਆਂ ਨੇ ਸਾਰੀ ਗੁਰਬਾਣੀ ਸਾਡੀ ਜੀਵ ਇਸਤਰੀ ਦੇ ਰੂਪ 'ਚ ਲਿਖੀ ਹੋਈ ਹੈ। ਕਿੱਸਾਕਾਰਾਂ ਦੀ ਜਿਹੜੀ ਹੈ ਜਾਂ ਸਾਡੀ ਸੂਫੀ ਫਕੀਰਾਂ ਨੇ ਜਿਹੜੀ ਲਿਖੀ ਹੈ ਉਹ ਸਾਰੀ ਜੀਵ ਇਸਤਰੀ ਵੱਲੋਂ ਇਸਤਰੀ ਰੂਪ 'ਚ ਲਿਖੀ ਹੋਈ ਹੈ। ਸ਼ਿਵ ਕੁਮਾਰ ਦੀ ਲੂਣਾ ਜਿਹੜੀ ਹੈ ਖ਼ਾਸ ਤੌਰ 'ਤੇ ਉਹਦੀ ਕਵਿਤਾ ਵੀ ਔਰਤ ਵੱਲੋਂ ਲਿਖੀ ਹੋਈ ਹੈ, ਲੇਕਿਨ ਲੂਣਾ ਖ਼ਾਸ ਤੌਰ 'ਤੇ ਲੂਣਾ ਦੇ ਮਨ ਅੰਦਰ ਬਹਿ ਕੇ ਗੱਲ ਉਸ ਬੰਦੇ ਨੇ ਕੀਤੀ ਹੈ, ਉਸ ਸ਼ਾਇਰ ਨੇ ਕੀਤੀ ਹੈ। ਮੈਂ ਉਹਨੂੰ ਸਜਦਾ ਕਰਦੀ ਹਾਂ। ਔਰ ਇਹ ਉਸ ਦੀ ਮੈਂ ਇਹ ਸੋਚਿਆ ਕਿ ਜੇ ਉਹ ਔਰਤ ਬਣ ਕੇ ਲਿਖ ਸਕਦੇ ਆ ਤਾਂ ਮੈਂ ਮਰਦ ਬਣ ਕੇ ਕਿਉਂ ਨਹੀਂ ਲਿਖ ਸਕਦੀ। ਸੋ ਇਹ ਅਲਖ ਦੀ ਕਵਿਤਾ ਜਿਹੜੀ ਹੈਗੀ ਹੈ ਸਾਰੀ ਮਰਦ ਵੱਲੋਂ ਕਵਿਤਾ ਹੈ ਕਿ ਮੈਂ ਇਹ ਕਰਦਾ, ਮੈਂ ਇੱਦਾਂ ਦਾ, ਮੈਂ ਜੋ ਵੀ ਹਾਂ, ਜੋ ਮੈਂ ਉਹਨਾਂ ਇੰਟਰਵਿਊ 'ਚੋਂ ਕੱਢਿਆ ਵੀ ਮੈਂ ਕਿੰਨਾ ਘਟੀਆ, ਮੈਂ ਕਿੰਨਾ ਕਮੀਨਾ, ਕਿੰਨਾ ਬੁਜ਼ਦਿਲਾਂ, ਇੱਕ ਦਹਾਕੇ ਦੀ ਸਾਂਝ ਨੂੰ ਧੰਗਾਣੀ ਦੱਸਦਾ, ਮੈਂ ਜਿੱਥੇ ਦੇਖਦਾ ਉੱਥੇ। ਸੋ ਇਹ ਕਿਸਮ ਦੀ ਉਹ ਕਵਿਤਾ ਲਿਖੀ। ਉਸ ਕਵਿਤਾ ਲਿਖਣ ਤੋਂ ਬਾਅਦ ਮੈਨੂੰ ਇਹ ਵੀ ਹੋਇਆ ਕਿ ਮਨਜੀਤ ਇੰਦਰਾ ਹੁਣ ਰਹਿਣ ਦੇ, ਬਸ ਕਰ। ਜਿਨ੍ਹਾਂ ਮੈਨੂੰ ਮੈਂ ਇੱਕ ਇਹ ਵੀ ਕਹਿ ਦਿੱਤਾ, ਹੁਣ ਮੇਰੀ ਬੇਬਾਕੀ ਹੋਰ ਨਹੀਂ ਸੀ ਕਿ ਮੈਂ ਕਿਹਾ ਜੀ ਤੁਹਾਨੂੰ ਆਪਣਾ ਚਿਹਰਾ ਤਾਂ ਨਜ਼ਰ ਨਹੀਂ ਆਉਂਦਾ ਇਹਦੇ ਵਿੱਚ। ਸੋ ਇਸ ਤਰ੍ਹਾਂ ਨਾਲ ਉਹ ਮੇਰੇ ਪਾਠਕ, ਮੇਰੇ ਸਰੋਤੇ ਉਹਨਾਂ ਦਾ ਧਿਆਨ ਮੰਗਣਗੇ। ਆਲੋਚਕਾਂ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ। ਮੈਂ ਨਹੀਂ ਜਾਣਦੀ ਕਿਉਂ ਨਹੀਂ ਧਿਆਨ ਦਿੱਤਾ। ਖੈਰ ਇਹ ਉਹਨਾਂ ਦੀ ਮਰਜ਼ੀ ਹੈ, ਪਰ ਮੇਰੇ ਪਾਠਕ ਸਰੋਤਿਆਂ ਨੂੰ ਮੇਰੀ ਨਿਵੇਦਨ ਹੈ, ਬੇਨਤੀ ਹੈ ਕਿ ਉਹਨਾਂ ਕਿਤਾਬਾਂ ਨੂੰ ਤੂੰ ਆਵਾਜ਼ ਮਾਰੀ ਅਤੇ ਅਲਖ ਨੂੰ ਜ਼ਰੂਰ ਵਾਚਣ।